ਲਾਹੌਰ ਦੇ ਮਾਡਲ ਟਾਊਨ ਇੱਕ ਹੋਰ ਵਾਕਿਆ ਹੋ ਗਿਆ, ਗਰੀਬ ਲੜਕੀ ਦੇ ਨਾਲ 18 ਸਾਲਾ ਮੁਸਲਸਲ 5 ਮਹੀਨੇ ਜ਼ਿਆਦਤੀ ਹੁੰਦੀ ਰਹੀ। ਉਸ ਦੌਰਾਨ ਜਿਹੜੀਆਂ ਪਚੀਦਗੀਆਂ ਵਧੀਆਂ, हीरो का बयान भी आ गया वीडियो। अच्छा बेटा, मैं भी आपकी आती हूँ, ठीक है? तो आपने मुझे ये बताना है कि आपके साथ किसने ज्यादती की है? मेरे साथ पहले ओन भाई ने की है। अच्छा, फिर उसके बाद मेरे साथ हसन ड्राइवर था, उसने मेरे साथ 3 दफा जाती की है। अच्छा। ओन भाई वाली जाती जो है, वो मैंने बाजी को उठाया था। अच्छा, तो उसके बाद बाजी ने कुछ भी नहीं कहा। बाजी ने फिर मुझे स्ट्रिप ला कर दी रमजान में। और रमजान में एक स्टिक प्रेगनेंसी स्टिक लग दी चेक करने के लिए। हाँ, चेक करने के लिए। और उसके बाद एक लाइन आई थी। अच्छा, और उसके बाद बाजी को और मुझे लगा बिल्कुल ठीक है। तो उसके बाद वो मेरे से जाती करके हसन और ड्राइवर हसन जो था वो गाँव चल गया। हीरो मर गई, जुल्म की दास्तान लिखी गई। आए दिन ਇਹ ਗਰੀਬ ਬੱਚਿਆਂ ਦੇ ਨਾਲ, ਕੁੜੀਆਂ ਦੇ ਨਾਲ, ਇਹ ਅਮੀਰ ਲੋਕ, ਇਹ ਵੱਡੇ ਘਰਾਂ ਵਾਲੇ ਐਸੇ ਹਾਦਸਾ ਪੇਸ਼ ਆ ਜਾਂਦੇ ਨੇ, ਐਸੀਆਂ ਹਰਕਤਾਂ ਕਰ ਦਿੰਦੇ ਨੇ, ਗਰੀਬ ਦੀ ਸੁਣਵਾਈ ਕੋਈ ਨਹੀਂ। ਕਿਸ ਤਰ੍ਹਾਂ ਗੱਲ ਮੁੱਕੇਗੀ? ਇਹ ਪਤਾ ਵਾਕਿਆ ਜਿਹੜਾ ਹੈ, ਇਹ 5 ਮਹੀਨੇ ਤੋਂ ਕਹਿ ਰਹੇ ਨੇ ਕਿ ਬੱਚੀ ਦੇ ਨਾਲ ਜ਼ਨਾ ਬਿਲ ਜਬਰ ਹੋ ਰਿਹਾ ਜੀ। ਜ਼ਨਾ ਬਿਲ ਯਾਨੀ ਤੁਸੀਂ ਰਜ਼ਾ ਦੇ ਖੈਰ ਮੈਂ ਨਹੀਂ ਕਹਿ ਸਕਦਾ, ਕੋਈ ਬੱਚੀ ਆ ਬਿਆਨ ਦੇ ਮੁਸਲਸਲ ਜ਼ਿਆਦਤੀ ਕਹਿ ਰਹੀ ਹੈ, ਮੁਸਲਸਲ ਜ਼ਿਆਦਤੀ ਦਾ ਨਿਸ਼ਾਨਾ ਬਣ ਰਹੀ। ਕਹਿੰਦੇ ਡਰਾਈਵਰ ਦੇ ਨਾਲ ਦਾ ਮਾਲਕ ਆਸ਼ਾ ਨਾਮ ਮੇਰਾ ਗਾਲਬਨ ਬੱਚੀ ਦਾ, ਇਹ ਜਿਹੜਾ ਬਿਆਨ ਦੇਗੀ ਨਾ, ਇਸ ਬਿਆਨ ਨੂੰ ਕਹਿੰਦੇ ਬਿਆਨ ਨਿਦਾ। ਇਹਦੀ ਮਰਨ ਤੋਂ ਪਹਿਲੇ ਦਿੱਤੇ ਹੋਏ ਬਿਆਨ ਦੀ ਬੜੀ ਅਹਿਮੀਅਤ, ਕੋਰਟ ਨੂੰ ਬੜਾ ਅਹਿਮੀਅਤ ਦਿੰਦੀ ਕਿ ਮਰਨ ਵਾਲਾ ਬੰਦਾ ਝੂਠ ਨਹੀਂ ਬੋਲ ਸਕਦਾ। ਉਹਦੀ ਹਾਲਤ ਤੋਂ ਨਜ਼ਰ ਆ ਰਿਹਾ ਕਿ ਉਸ ਡੈਥ ਦੇ ਨਜ਼ਦੀਕ ਹੈ। ਔਰ ਉਹਦਾ ਬਿਆਨ ਵੀਡੀਓ ਵੀ ਉਹਦੀ ਬਣ ਗਈ। ਔਰ ਉਹਦੀ ਮੁੱਦਈਆ 'ਚ ਉਹਦੇ ਦਿੱਤੇ ਬਿਆਨ ਦੇ ਉੱਤੇ ਮੁੱਦਈਆ ਹੋਏ FIR ਦੀ ਬੜੀ ਸਟਰੋਂਗ ਮੁੱਦਈਆ ਹੈ। ਪਹਿਲੀ ਗੱਲ ਤਾਂ ਕੇਸ ਦਾ ਬਣਨਾ ਕੁਛ ਨਹੀਂ, ਇਹ ਗੱਲ ਦੀ ਕਾਗਜ਼ 'ਤੇ ਲੈ ਲਓ। ਅੱਜ ਤੱਕ ਕਿਉਂਕਿ ਇਹੋ ਜਿਹੇ ਇੱਕ ਕੇਸ ਵਿੱਚ ਬੰਦਾ ਅੰਦਰ ਸਜ਼ਾ ਹੁੰਦਿਆਂ ਨਹੀਂ ਦੇਖਿਆ, ਬਲਕਿ ਜੇਲ੍ਹ ਤੱਕ ਵੀ ਜਾਂਦਿਆਂ ਨਹੀਂ ਇਹ ਦੇਖਿਆ। ਬਾਰੋ ਬਾਰੀ ਗਰੀਬ ਆਦਮੀ ਵਿਚਾਰੇ ਆਪਣੇ ਮੂੰਹ ਗੋਲ ਕਰ ਰਹੇ ਨੇ। ਇੰਨਾ ਜਿਹੜਾ ਜ਼ੁਲਮ ਹੋ ਰਿਹਾ, ਮੇਰੀ ਪਹਿਲੇ ਗੱਲ ਸੁਣ ਲਓ ਨਾ, ਜ਼ੁਲਮ ਨੂੰ ਤੁਸੀਂ ਛੱਡ ਦਿਓ। ਇੱਥੇ ਜ਼ੁਲਮ ਹੀ ਜ਼ੁਲਮ ਹੈ ਹਰ ਪਾਸੇ। ਕਦ ਤੱਕ ਕੋਈ ਇੱਥੇ ਜੀ ਸਕਦਾ ਹੈ? ਮੁੱਲਾ ਸ਼ਰਾਬ ਤੇ ਨਹੀਂ ਪੀਂਦਾ ਪਰ ਲਹੂ ਤੇ ਕਿਸੇ ਦਾ ਪੀ ਸਕਦਾ ਹੈ, ਤੇ ਬਿਨ ਪੀਤਿਆਂ ਜਹਾਨ ਅੰਦਰ ਕੋਈ ਬਗੈਰਤ ਹੀ ਹੋਇਆ ਤੇ ਜੀ ਸਕਦਾ ਹੈ। ਇੱਥੇ ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ ਇੱਜ਼ਤ ਮੁਆਸ਼ਰੇ ਬਣਾ ਲਈ ਬੜੀ ਪਾਠ ਅਦਾ ਕਰਨੇ ਪੈਂਦੇ ਨੇ। ਬਾਰਡਰ ਸਾਹਿਬ ਸਾਡੇ ਪ੍ਰੋਗਰਾਮ ਪੰਜਾਬੀ ਖੁੱਲੇ ਨੇ। ਇੱਥੇ ਜ਼ੁਲਮ ਹੀ ਜ਼ੁਲਮ ਹੈ ਹਰ ਪਾਸੇ। ਇਹ ਨਾ ਨਹੀਂ ਦੇਖੋ ਤੁਸੀਂ, ਇਹ ਦੇਖੋ ਜ਼ੁਲਮ ਦਾ ਮੁੱਲ ਨਹੀਂ ਪੈ ਰਿਹਾ। ਇਹ ਲੰਮਾ ਫਿਕਰ ਜ਼ੁਲਮ ਤੇ ਹੁੰਦਾ ਹੈ, ਮੁੱਲ ਤਾਂ ਪਵੇ, ਇਨਸਾਫ ਦਾ ਬੋਲ ਬਾਲਾ ਹੋਵੇ। ਅੱਛਾ, ਪਹਿਲੀ ਗੱਲ 2 ਪੋਰਸ਼ਨਾਂ ਜਿਹਦਾ ਜਵਾਬ ਹੈ। ਪਹਿਲੀ ਗੱਲ ਤਾਂ ਜ਼ਨਾ ਬਿਲ ਰਜ਼ਾ ਹੈ ਮੇਰੀ ਨਜ਼ਰ 'ਚ। ਅਗਰ ਬੱਚੀ ਨਾਲ 5 ਮਹੀਨੇ ਤੋਂ ਦਰਿੰਦਗੀ ਜਿਨਸੀ ਹੋ ਰਹੀ ਹੈ ਤਾਂ ਬੱਚੀ ਬਾਹਰ ਕੰਪਲੇਂਟ ਕਿਉਂ ਨਹੀਂ ਕਰ ਰਹੀ? ਮਾਂ ਪਿਓ ਨਾਲ ਰਾਬਤਾ ਕਿਉਂ ਨਹੀਂ ਕਰ ਰਹੇ? ਮਾਂ ਪਿਓ ਐਡੇ ਹੀ ਲੱਗ ਰਹੇ ਨੇ 5 ਮਹੀਨੇ ਨੂੰ ਪਤਾ ਹੀ ਲੱਗਾ ਬੱਚੀ ਨਾਲ ਕੀ ਹੋ ਰਿਹਾ। ਬੱਚੀ ਐਡੀ ਪ੍ਰੈਸ਼ਰ ਸੀ ਕਿ ਮਾਂ ਪਿਓ ਨੇ ਹਾਲਤ ਹੀ ਛੱਡ ਦਿੱਤਾ ਉਹਨੂੰ। ਫਿਰ ਤਾਂ ਜੁਰਮਵਾਰ ਮਾਂ ਪਿਓ ਵੀ ਨੇ, ਜ਼ਿਆਦਾ ਗੁਨਾਹਗਾਰ ਔਰ ਜਿਹੜੇ ਰਾਬਤੇ 'ਚ ਨਹੀਂ ਸਨ। ਹੁਣ ਬੱਚੀ ਬਿਆਨ ਜਿਹੜਾ ਦੇ ਗਈ ਹੈ ਨਾ, ਮੈਨੂੰ ਮਹਿਸੂਸ ਇਸ ਬਿਆਨ ਤੋਂ ਹੋ ਰਿਹਾ ਕਿ ਬੱਚੀ ਨੂੰ ਉਹਦੀ ਕੋਈ ਡਿਮਾਂਡ ਜਾਂ ਬੱਚੀ ਨਾਲ ਕੋਈ ਐਸੀ ਕੋਈ ਗੱਲ ਹੋਈ ਹੈ ਜਿਹੜੀ ਕੋਈ ਉਹਨੂੰ ਨਾਗਵਾਰ ਗੁਜ਼ਰੀ ਹੈ, ਜਾਂ ਸ਼ਾਇਦ ਕੋਈ ਉਹਦੇ ਮਜ਼ਾਜ ਤੋਂ ਹਟ ਕੇ ਕੋਈ ਉਹਦੇ 'ਤੇ ਇੰਡੈਪਟ ਕੀਤੀ, ਉਹਦਾ ਨਾ ਕੋਈ ਐਸਾ ਮੂਡ ਹੋਵੇ ਜੋ ਮੈਨੂੰ ਮਹਿਸੂਸ ਹੋ ਰਿਹਾ ਹੈ। ਮੈਂ ਖੁਦਾ ਨਾਲ ਬੱਚੀ ਦੇ ਕੋਈ ਤੋਹਮਤ ਨਹੀਂ ਲਾ ਰਿਹਾ। ਤੇ ਉਹ ਬੱਚੀ ਨੇ ਜਿਹੜਾ ਨਾ, ਉਹਨੇ ਰਿਵੈਂਜ ਦੇ ਰੰਗ 'ਚ ਨਾ ਉਹਨਾਂ ਨੇ ਖਿਲਾਫ ਸਟੇਟਮੈਂਟ ਦੇ ਦਿੱਤੀ ਕਿਉਂਕਿ ਉਹਨੂੰ ਨਹੀਂ ਪਤਾ ਕਿ ਮੇਰੇ ਬਿਆਨ ਨਾਲ ਮਰ ਜਾਣਗੇ। ਦੂਸਰੀ ਗੱਲ, ਉਹਦੇ ਨਾਲ ਰੇਪ ਹੋਇਆ। ਅਗਰ ਉਹਦੇ ਨਾਲ ਰੇਪ ਹੋਇਆ ਤੇ DNA 'ਚ ਸਾਰੀ ਰਿਪੋਰਟ ਆਣੀ, 0 ਦੀ ਰਿਪੋਰਟ ਆਣੀ। ਜਿਹਨੇ ਕੀਤਾ, ਜਿਹੜਾ ਕੋਲੋਂ ਨੰਗਿਆ ਉਹਦੇ ਵੀ ਵਿੱਚ ਆਇਆ। ਅੱਜ ਹੁਣ ਫਰਾਂਸਿਕ ਹੈ ਅੱਜ ਕੱਲ੍ਹ ਤੇ ਉਹ, ਮੈਂ ਕਹਿੰਦਾ ਦਿਮਾਗ 'ਚੋਂ ਕੱਢ ਦਿਓ। ਅਸੀਂ ਜੈਪਨੀਜ਼ ਕੁੜੀਆਂ ਨਾਲ ਰੇਪ ਹੋਇਆ ਸੀ ਤੇ ਉਹ 2 ਮੁੰਡੇ ਅੰਦਰ ਆਏ ਸਨ, ਛੋਟੇ ਭਾਈਆਂ ਦਾ ਬੜੇ ਅੱਛੇ, ਮੈਂ ਨਾਮ ਨਹੀਂ ਲੈਣਾ। ਉਹ ਵਿਚਾਰੇ 8-9 ਸਾਲ ਅੰਦਰ ਰਹਿ ਗਏ, ਕਿਤੇ ਸਜ਼ਾ ਹੋ ਗਿਆ ਸੀ ਵੀ। ਤੇ ਉਹ ਉਦੋਂ ਮੈਨੂੰ ਪਤਾ ਲੱਗਾ ਤੇ ਬੜਾ ਬਰੀਕ ਹੈਗੇ ਨੇ ਜਿਹੜੇ ਟੈਸਟ ਨੇ, ਉਹਦੇ 'ਚ ਅਗਰ ਉਹ ਆਈ ਜਾਂਦੇ ਨੇ ਤੇ ਫਿਰ ਉਹ ਇਰਤਕਾਬ ਜੁਰਮ ਉਹਨਾਂ ਨੇ ਕੀਤਾ। ਫਿਰ ਗੁਨਾਹਗਾਰ ਡਰਾਈਵਰ ਤੋਂ ਮਾਲਕ, ਫਿਰ ਤਾਂ ਕਨਫਰਮ ਇਹਨਾਂ ਨੇ ਕੀਤਾ। ਲੇਕਿਨ ਇਹਦੇ 'ਚ ਹੁਣ ਹੋਏਗਾ ਕੀ? ਆਹ ਸਵਾਲ ਤੇ ਹੈ, ਸਵਾਲ ਹੈਗਾ ਕੁਛ ਨਹੀਂ। ਹੁਣ ਇਹਦੀ ਵੇਖਣਾ ਜ਼ਮਾਨਤ ਇਹਨਾਂ ਨੇ ਕਰਾਣੀ ਇੰਟਰਮਾ, ਬਾਬੇ ਨੇ ਜਾ ਕੇ ਬਿਆਨ ਦੇ ਦੇਣਾ, ਬਾਬੇ ਨੇ ਪੈਸੇ ਲੈ ਲੈਣੇ, ਮੂੰਹ ਬੰਦ ਕਰ ਲੈਣਾ। ਹੁਣ ਇਹ ਵਾਕਿਏ ਦੀ ਰੋਕਥਾਮ ਕਿਸ ਤਰ੍ਹਾਂ?
ਤੁਸੀਂ ਸਟਾਰਟ ਗਿਆ ਨਾ, ਇੱਕ ਹੋਰ ਵਾਕਿਆ ਹੋਇਆ ਅਤੇ ਆਈਡੀ ਤੁਸੀਂ ਦੇਖਣੇ ਆ। ਮੈਨੂੰ ਅੱਛਾ ਲੱਗਾ, ਨਹੀਂ ਐਂਕਰ ਕਹਿੰਦੇ ਨੇ ਇੱਕ ਬੜਾ ਖੌਫਨਾਕ ਭਿਆਨਕ ਧਮਾਕਾ ਹੋ ਗਿਆ ਅੱਜ ਮਾਡਲ ਟਾਊਨ। ਤੁਸੀਂ ਬੜਾ ਅੱਛਾ ਇੰਟਰੋ ਦਿੱਤਾ ਹੈ ਕਿ ਜੀ ਇੱਕ ਹੋਰ ਵਾਕਿਆ ਹੋ ਗਿਆ। ਹੁਣ ਇਹਦੀ ਰੋਕਥਾਮ ਲਈ ਨਾ ਅਬਦੁਲ ਰਹਿਮਾਨ ਸਾਹਿਬ ਕਿਰਾਏਦਾਰ ਤੁਸੀਂ ਰੱਖਦੇ ਹੋ, ਤੁਸੀਂ ਕਿਰਾਏਦਾਰ ਹੋ, ਰਜਿਸਟਰ ਕਰਾਇਆ ਜੀ ਆਪਣੇ ਨੂੰ ਥਾਣਾ? ਉਹ ਸਿਸਟਮ ਹੈਗਾ ਥਾਣੇ ਜੇ ਜਾਣਾ ਤੁਸੀਂ ਜਾ ਕੇ ਪੈਂਦਾ ਹੈ। ਰਜਿਸਟਰ ਨਾ ਕਰਾਓ ਤੁਸੀਂ ਗੈਰ ਕਾਨੂੰਨੀ ਹੋ। ਇਹ ਜਿੰਨੀਆਂ ਬੱਚੀਆਂ ਤੇ ਜਿਹੜੀ ਚਾਈਲਡ ਲੇਬਰ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਨਾ, ਇਹਨਾਂ ਦੇ ਨੰਬਰ ਔਰ ਇਹਨਾਂ ਦੇ ਅਗਰ ਨੰਬਰ ਨਹੀਂ ਨੇ ਮੋਬਾਈਲ, ਛੋਟੇ ਬੱਚੇ ਦੀਆਂ ਛੋਟੀਆਂ ਬੱਚੀਆਂ ਨੇ ਤੇ ਮਾਲਕਾਂ ਦਾ ਮੋਬਾਈਲ ਨੰਬਰ ਕੋਲ ਰੱਖਣ। ਤੁਹਾਡਾ ਮਤਲਬ ਮੋਨੀਟਰ ਕਰਨਾ ਸਿਸਟਮ ਨੂੰ। ਇਸ ਸਿਸਟਮ ਨੂੰ ਵੂਮਨ ਪੁਲਿਸ ਸਟੇਸ਼ਨ ਤੋਂ ਔਰਤ ਮੋਨੀਟਰ ਕਰੇ, ਬੱਚੀ ਨੂੰ बुलाए, बेटे आप ठीक हैं, हैप्पी हैं, कोई तंग तो नहीं करता, कोई परेशानी तो नहीं, तनख्वाह टाइम पे मिलती है, खाना देती हैं आंटी, इन्नियां गल्लां तरीके नाल बेहुदा वल्गर गुफ्तगू ना करन। 5-7 सवालों 'ਚ अपनी ओपीनियन लेन, बच्ची मुतमिन है। ਉਹਦੇ ਮਾਂ-ਬਾਪ ਅਗਰ ਆਂਦੇ ਨਹੀਂ ਯਾਨੀ ਸਟੇਟ ਦੀ ਜ਼ਿੰਮੇਵਾਰੀ ਨਹੀਂ, ਸਟੇਟ ਐਡੇ ਢਿੱਡਾਂ ਨੇ ਬਿਠਾਇਆ ਦਫ਼ਤਰਾਂ ਦੇ ਟੈਕਸ ਪਾੜਨ ਦੇ ਪੈਸੇ ਸਾਡੇ ਕੋਲ ਘੁੰਮਣ ਲੈਣ ਦੇ, ਉਹ ਕਿਸ ਮਕਸਦ ਲਈ ਲੈਣ ਦੇ ਨੇ? ਤਨਖਾਹਾਂ ਦੇਣ ਦੇ ਉਹਨਾਂ ਨੂੰ, ਏਸੀ ਤੇ ਉਹਨਾਂ ਨੇ ਆਪਣੇ ਗ੍ਰਿਲ ਉਹਨਾਂ ਨੇ ਆਪਣੇ ਨਾਲ ਕੀਤੀ ਹੁੰਦੀ, ਇਹਨਾਂ ਨੂੰ ਕੰਮਾਂ ਦੇ ਲਾਣ। ਅਬਦੁਲ ਰਹਿਮਾਨ ਸਾਹਿਬ ਜਿਹੜੀ ਹਕੀਕਤ ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਹੈਗਾ ਕਿ ਜਿਹੜੀ ਵੀ ਇਹ ਪੋਸ਼ ਇਲਾਕੇ ਨੇ ਕੋਠੀਆਂ ਨੇ ਤਸਵੀਰ ਨਹੀਂ ਲੈਣ, ਮੁਲਾਜ਼ਮ ਕੰਮ ਕਰਦੇ ਨੇ, ਇਹਨਾਂ ਦਾ ਰਿਕਾਰਡ ਹੋਣਾ ਚਾਹੀਦਾ ਹੈ। ਮੁਲਾਜ਼ਮਾਂ ਨੂੰ ਵੀ ਪਤਾ ਹੋਵੇ ਸਾਡੇ ਲਈ ਹਕੂਮਤ ਜਿਹੜੀ ਸਾਨੂੰ ਹਰ ਹਫ਼ਤੇ ਬਾਅਦ ਫੋਨ ਆਉਂਦਾ ਤੁਸੀਂ ਠੀਕ ਹੋ, ਮੁਲਾਜ਼ਮ ਵੀ ਆਪਣੇ ਬਾਇਖਤਿਆਰ ਹੋਣਗੇ। ਦੇਖੋ ਨਾ, ਜਦੋਂ ਕਿਸੇ ਨੂੰ ਕੋਈ ਕੰਪਲੇਂਟ ਥਾਣੇ ਕਰੇਗਾ, ਕਾਲ ਕਰਨ ਤੋਂ ਲੈ ਕੇ ਉਹਨਾਂ ਨੂੰ। ਇੱਥੇ ਗਰੀਬ ਕੁੱਤਾ ਹੈ। ਮੇਰੀ ਗੱਲ ਦਾ ਬੜਾ ਲੋਕਾਂ ਨੂੰ ਗੁੱਸਾ, ਗਰੀਬ ਦਾ ਕੰਮ ਬੰਦਾ ਤਾਂ ਯਾਰ ਖਾਵੇ ਮਰ ਜਾ, ਗਰੀਬ ਮਾਰ ਨਹੀਂ ਦੇ ਰਿਹਾ ਰੋਜ਼ ਉਹ ਮਾਰੇ ਨੇ, ਬਸ ਚੰਗਾ ਹੋਣ ਡਿਆ ਇਹਨਾਂ ਨੇ, ਇਹੀ ਹੋਣਾ ਚਾਹੀਦਾ ਹੈ। ਇੱਥੇ ਗਰੀਬ ਵੀ ਜਿਹੜਾ ਬੜੀ ਜਲਦੀ ਸੁਲਾਹ ਕਰ ਲੈਂਦਾ ਹੈ। ਗਰੀਬ ਕਹੋ ਨਾ ਮੈਂ ਤਖਤੇ ਤੇ ਲੈ ਜਾਣਾ ਤੇ ਮੈਂ ਦੇਖਣਾ ਕਿਸੇ ਨਾਲ ਅਮੀਰ ਜ਼ਿਆਦਤੀ ਕਰਦੇ। ਇਹ ਤਾਂ ਦੀ ਅਮੀਰ ਲੋਕਾਂ ਨੇ ਚੱਕ ਅਮੀਰ ਲੋਕ ਜਿਹੜੇ ਨੇ ਪੈਸਾ ਦਿਖਾਉਂਦੇ ਨੇ, ਉਹਨਾਂ ਨੇ ਘੋੜੇ ਰੱਖੇ ਹੁੰਦੇ ਨੇ ਅਸਤਬਲਾਂ 'ਚ, ਕਿੰਨੇ ਦਾ ਜੀ 1.5 ਕਰੋੜ 5 ਕਰੋੜ 10 ਕਰੋੜ ਦਾ ਘੋੜਾ ਉਹ ਰੱਖਿਆ ਉਹਨਾਂ ਨੇ। ਉਹ ਕਹਿੰਦੇ ਚੱਲ ਯਾਰ ਜੇ ਫੜੇ ਵੀ ਇਹਦਾ ਪਿਓ ਹੀ ਨਾ ਦਿੱਤਾ, ਕੋਈ ਗੱਲ ਨਹੀਂ, ਦੇ ਦਾਂਗੇ 5 ਲੱਖ ਰੁਪਏ, 10-20-50 ਲੱਖ ਵੀ ਕੋਈ ਗੱਲ ਨਹੀਂ, 50 ਲੱਖ ਦੇ ਦਾਂਗੇ, ਕੋਈ ਐਸੀ ਗੱਲ ਨਹੀਂ। ਉਹ ਉਹਨਾਂ ਨੂੰ ਕੀ ਲੱਗੇ? ਇਹ ਹੁਣ ਤੱਕ ਨਾ, ਅੱਜ ਤੱਕ ਮੈਂ ਆਪਣੀ 55 ਸਾਲ ਦੀ ਉਮਰ 'ਚ, ਅੱਜ ਦੀ ਗੱਲ ਨਹੀਂ, ਇਹ ਸਦੀਆਂ ਦੇ ਕਿਸੇ ਕਹਾਣੀਆਂ ਨੇ, ਬੱਚੀਆਂ ਦੇ ਨਾਲ, ਨੌਕਰਾਨੀਆਂ ਨਾਲ ਤੇ ਮੁੰਡਿਆਂ ਨਾਲ ਰੇਪ ਕਰਨ ਵਾਲੇ, ਮੈਂ ਨਹੀਂ ਇੱਕ ਬੰਦਾ ਵੀ ਜੇਲ੍ਹਾਂ ਜਾਂਦਾ ਵੇਖਿਆ। ਇਹ ਬਦਕਿਸਮਤੀ। ਅਖੀਰ ਉਹ ਵਿਚਾਰੇ ਦਾ ਕਮਜ਼ੋਰ ਮਾਪਿਓ ਸੁਲਾਹ ਕਰ ਹੀ ਲੈਂਦੇ ਆ, ਪੁਲਿਸ ਵਾਲੇ ਡਰਾ ਦਿੰਦੇ ਨੇ, ਡਰਾ ਕੇ ਪੈਸੇ ਦੀ ਚਮਕ ਉਹ ਵੀ ਚੱਲ ਬਾਬਾ ਛੱਡ ਕੀ ਹੈ, ਉਹ ਕੋਈ ਗੱਲ ਨਹੀਂ, ਕੋਈ ਹੁੰਦਾ ਦੁਨੀਆ ਤੇ ਬੜਾ ਕੁਝ, ਕੋਈ ਗੱਲ ਨਹੀਂ, ਜਾਂ ਗਾਂ ਲੈ ਲਈ, ਮੱਝ ਲੈ ਲਈ, ਚੱਲ। ਉਹ ਬਾਬਾ ਵੀ ਸੋਚਦਾ ਕਿ ਮਰਨ ਵਾਲੀ ਤੇ ਮਰ ਗਈ, ਬਾਕੀ ਐਡੀਆਂ ਗੱਡੀਆਂ, ਮੈਂ ਗਰੀਬ ਆਦਮੀ ਕਿੱਥੇ ਥਾਣੇ ਜਾਂਦਾ ਰਹਾ, ਉਹ ਕੰਪਰੋਮਾਈਜ਼ ਕਰ ਜਾਂਦਾ। ਇੱਥੇ ਆ ਕੇ ਮਰੀਮ ਨਵਾਜ਼ ਸਾਹਿਬਾਂ ਨੂੰ ਚਾਹੀਦਾ ਕਿ ਰੈੱਡ ਲਾਈਨ ਦਾ ਮਤਲਬ ਜਿਹੜਾ ਹੈ ਨਾ, ਰੈੱਡ ਲਾਈਨ ਹੈ ਕਿ ਇਸ ਤੋਂ ਅੱਗੇ ਨਹੀਂ ਜਾਣਾ। ਉੱਥੇ ਉਹ ਵੂਮਨ ਪੁਲਿਸ ਸਟੇਸ਼ਨ ਸੁਹੇਲ ਜ਼ਫਰ ਚੱਠਾ ਸਾਹਿਬ ਨੂੰ ਲਾਣ ਕਿ ਬਈ ਹੁਣ ਅਸੀਂ ਆ ਚਾਈਲਡ ਲੇਬਰ ਦਾ ਕੰਮ ਕਰਨ ਲੱਗੇ, ਆਪਣੇ ਸਭ ਨੌਕਰਾਂ ਨੂੰ ਰਜਿਸਟਰਡ ਕਰਾ ਲਓ, ਇਹਨਾਂ ਦੇ ਬੇਫਾਰਮ ਲੱਗ ਜਾਣ, ਇਹਨਾਂ ਦਾ ਸਾਰਾ, ਜਦੋਂ ਉਹ ਬੱਚਾ ਛੁੱਟੀ ਜਾਵੇ, ਦੱਸ ਕੇ ਜਾਵੇ ਥਾਣੇ, ਵਾਪਸ ਆਵੇ, ਸਿਸਟਮ 'ਚ ਬੰਦ ਨੇ ਇਹਨਾਂ ਨੂੰ, ਤੇ ਕੋਈ ਇਹਦੇ ਲਈ ਮੋਨੀਟਰ ਗੱਡੀਆਂ ਨਹੀਂ ਕੋਈ। ਤੇ ਇਹ ਨਹੀਂ ਹੋ ਸਕਦਾ ਜਿਸ ਤਰ੍ਹਾਂ ਹੁਣ ਉਹ ਗਰੀਬ ਆਦਮੀ ਸੁਲਾਹ ਕਰ ਲੈਂਦਾ ਹੈ ਦਬਾਅ 'ਚ ਆ ਕੇ ਜਾਂ ਪੈਸੇ ਲੈ ਕੇ, ਤੇ ਕਾਨੂੰਨ ਦੇ ਵਿੱਚ ਐਸੀ ਕੋਈ ਸ਼ਿਕ ਨਹੀਂ ਗੀ ਕਿ ਉਹ ਗਰੀਬ ਆਦਮੀ ਦੀ ਕੋਈ ਹਿਫਾਜ਼ਤ ਕਰੇ, ਉਹ ਕਦੇ ਵੀ ਨਹੀਂ, ਇਹਦੇ 'ਚ ਇਹ ਸੁਲਾਹ ਨਹੀਂ ਹੋ ਸਕਦੀ। ਇਹ ਗਰੀਬ ਕੁਛ ਕੇਸ ਐਸੇ ਹੁੰਦੇ ਨੇ, ਜਿਸ ਤਰ੍ਹਾਂ ਅਗਵਾ ਬਰਾਏ ਤਵਾਨ ਹੈ, ਉਹਦੇ 'ਚ ਤੁਸੀਂ ਅਗਰ ਕਹਿ ਦੇਣਾ ਕਿ ਮੈਂ ਇਹਨੂੰ ਮਾਫ ਕੀਤਾ, ਅਦਾਲਤ ਉਹਨੂੰ ਸਜ਼ਾ ਦੇ ਦੇਗੀ। ਤੁਸੀਂ ਉਹਦੇ ਮੁਦਈ ਨਹੀਂ, ਉਹਦੇ ਮੁਦਈ ਹੈ ਸਟੇਟ, ਉਹ ਅਗੇਂਸਟ ਸਟੇਟਸ ਜਿਹੜਾ ਨਾ ਜੁਰਮ ਹੈ। ਇਹ ਜਿਹੜਾ ਨਾ ਇਹ ਚਾਈਲਡ ਬਰਜ਼ਾਤੀ ਹੈ, ਇੱਕ ਹੋਰ ਕਿਸਮ ਦਾ ਕ੍ਰਾਈਮ ਹੈ, ਸਟੇਟ ਦੇ ਨਾਲ ਤੁਸੀਂ ਨਹੀਂ ਕੀਤਾ। ਅਗਵਾ ਬਰਾਏ ਤਵਾਨ, ਉਹਦੇ ਬਾਅਦ ਹੋਰ ਕੀ ਕਹਿੰਦੇ ਨੇ, ਹੋਰ ਐਸੇ 2-3 780 780 ਤੁਸੀਂ ਕਹਿ ਦਿਓ ਪਹਿਲੇ ਲਾਅ ਤੋਂ ਮੁੜ ਗਏ, ਕੋਈ ਮੈਨੂੰ 780 ਮਾਫ ਕੀਤਾ, ਇਹਨੇ ਦਹਿਸ਼ਤਗਰਦੀ ਨਹੀਂ ਕੀਤੀ, ਕੋਈ ਸਟੇਟ ਨੂੰ ਫਿਰ ਸਜ਼ਾ ਦੇ ਦੇਗੀ, ਉਹਨੂੰ ਟ੍ਰਾਇਲ 'ਚ ਜਾਣਾ ਪਏਗਾ। ਇਹਨਾਂ ਕੇਸਾਂ ਦੀ ਜੈਸੇ ਇਹਨਾਂ ਕੇਸਾਂ ਮੁਦਈ ਮਾਫ ਕਰੇ, ਬੰਦਾ ਫੱਟੇ ਲੱਗ ਰਿਹਾ, ਮੁਦਈ ਕਹਿ ਮੈਂ ਮਾਫ ਕੀਤਾ, ਉਹ ਲਾ ਦਿੰਦੇ ਨੇ। ਇਹ ਸਾਡੀ ਜਿਹੜੀ ਨਾ ਇੱਥੇ ਹੋਣਾ ਚਾਹੀਦਾ, ਇਹਦੇ 'ਚ ਕਮੀ ਹੈ, ਨੁਕਸ ਹੈਗਾ ਇਹਦੇ 'ਚ ਹੋਣਾ ਚਾਹੀਦਾ। ਅਗਰ ਪੁਲਿਸ ਵਾਲਾ ਬੰਦੇ ਨੂੰ ਚਲਾਨ ਕਰਕੇ ਜੇਲ੍ਹ ਭੇਜਦਾ ਤੇ ਉਹ ਬੰਦਾ ਜਾ ਕੇ ਸਜ਼ਾ ਹੋ ਜਾਂਦਾ, ਤੇ ਪੁਲਿਸ ਵਾਲੇ ਦੀ ਕੋਈ ਉਹਨੂੰ ਕੋਈ ਨਾਮ ਮਿਲਣਾ ਚਾਹੀਦਾ, ਤੂੰ ਬੰਦੇ ਦਾ ਸਹੀ ਇਸਤਗਾਸਾ ਬਣਾਇਆ। ਜੇ ਉਹ ਬੰਦਾ ਬਰੀ ਹੋ ਜਾਂਦਾ, ਉਸ ਪੁਲਿਸ ਵਾਲੇ ਨੂੰ ਫੱਟੇ ਲਾਣਾ ਚਾਹੀਦਾ, ਤੂੰ ਇਹਦੇ ਇਸਤਗਾਸਾ ਕਿਉਂ ਗਲਤ ਕੀਤਾ, ਕਮਜ਼ੋਰ ਕੇਸ ਹੀ ਕਮਜ਼ੋਰ ਕੇਸ ਕਿਉਂ ਬਣਾਏ, ਤੂੰ ਤੇਰੀ ਮੈਲਾ ਫੈੜੀ ਹੈ। ਇਹ ਜਿੰਨੀ ਦੇਰ ਤੱਕ ਨਹੀਂ ਕੰਮ ਨਹੀਂ ਹੋਇਆ, ਤੇ ਮਰੀਮ ਨਵਾਜ਼ ਐਲਾਨ ਕਰਦੇ ਅੱਜ ਮੇਰੇ ਕਹਿੰਦੇ ਮੈਡਮ ਅੱਗੇ ਰੱਖੇ ਮਾਈਕ ਤੇ ਕਹਿੰਦੇ ਵੀ ਖਵਾਤੀਨ ਤੇ ਬੱਚੇ ਮੇਰੀ ਰੈੱਡ ਲਾਈਨ 'ਚ, ਬੱਚਿਆਂ ਨੂੰ ਰਜਿਸਟਰਡ ਕਰ ਲਓ, ਤੇ ਹਰ ਵੂਮਨ ਪੁਲਿਸ ਸਟੇਸ਼ਨ ਤੋਂ, ਹਰ ਪਾਕਿਸਤਾਨ ਦੇ ਥਾਣੇ 'ਚ ਵੂਮਨ ਪੁਲਿਸ ਸਟੇਸ਼ਨ ਲੱਗਦਾ, ਉਹ ਬੱਚਿਆਂ ਨਾਲ ਰਾਬਤੇ ਰੱਖਣ, ਉਹਨਾਂ ਦੀ ਜ਼ਿੰਮੇਵਾਰੀ ਰਿਪੋਰਟ ਪੇਸ਼ ਕਰਨ। ਅਗਰ ਕੋਈ ਬੱਚੀ ਇਸ ਤੋਂ ਬਾਅਦ ਹਟ ਕੇ ਕਹਿੰਦੀ ਤੇ ਉਹ ਪਤਾ ਲੱਗ ਜਾਂਦਾ ਕਿ ਗੈਰ ਕਾਨੂੰਨੀ ਰੱਖੀ ਹੈ, ਰਜਿਸਟਰਡ ਨਹੀਂ ਕਰਾਈ, ਤੇ ਉਹਨਾਂ ਦੇ ਖਿਲਾਫ ਕੇਸ ਬਣਾਉਣ। ਮੈਂ ਦੇਖਾਂਗਾ ਰੇਪ ਕੇਸ ਕਿਸ ਤਰ੍ਹਾਂ ਹੁੰਦੇ ਨੇ। ਇਹ ਅੱਜ ਮੈਡਮ ਨੂੰ ਮਸ਼ਵਰਾ, ਤੇ ਮੈਡਮ ਸਾਹਿਬਾ ਇਨਸ਼ਾਅੱਲਾ ਪਹਿਲੇ ਵੀ ਸਾਡੇ ਪ੍ਰੋਗਰਾਮ ਦੇਖ ਰਹੇ ਨੇ, ਸਾਡੀਆਂ ਕਈ ਗੱਲਾਂ ਜਿਹੜਾ ਉਹ ਚੀਫ ਮਿਨਿਸਟਰ ਸਾਹਿਬਾ ਅਮਲ ਵੀ ਕਰ ਰਹੇ ਨੇ, ਔਰ ਅਲਹਮਦੁਲਿਲਾ ਮੈਨੂੰ ਪ੍ਰਾਊਡ ਹੈ ਕਿ ਮੈਂ ਇੱਕ ਗਾਈਡ ਕਰ ਰਿਹਾ ਔਰ ਸਹੀ ਸਿਮਤ ਦਾ ਜਿਹੜਾ ਪੰਜਾਬ ਨੂੰ। ਔਰ ਤੁਹਾਡੇ ਕੋਲ ਸਵਾਲ ਪੁੱਛਣ ਦਾ ਮਕਸਦ ਵੀ ਇਹੀ ਹੈ ਕਿ ਆਪਣੇ ਤਜਰਬੇ ਦੀ ਰੋਸ਼ਨੀ 'ਚ ਸਜੈਸ਼ਨਸ ਨੇ, ਕੋਈ ਗੱਲ ਨਾਲ ਗੱਲ ਨਿਕਲਦੀ ਹੈ, ਕੋਈ ਨੁਕਤੇ ਨਾਲ ਨੁਕਤਾ ਮਿਲ ਜਾਂਦਾ ਹੈ, ਤੇ
ਇਹਨੂੰ ਜਿਹੜਾ ਮੋਨੀਟਰ ਕਰਨ ਦਾ ਤੁਸੀਂ ਇਹਨੂੰ ਕਹਿ ਰਹੇ ਹੋ ਆਇਆ ਸਿਸਟਮ ਜਿਹੜਾ ਹੈਗਾ ਵੇ, ਕਿਉਂਕਿ ਹੁਣ ਕੰਪਿਊਟਰ ਦਾ ਜ਼ਮਾਨਾ ਹੈ, ਇੰਨਾ ਲੈਂਥੀ ਨਹੀਂ ਹੈ ਤੇ ਇਹ ਇੰਨੀ ਦੇਰ ਇਹਨਾਂ ਨੇ ਲਾਤੀ ਹੈ, ਇਸ ਪਾਸੇ ਧਿਆਨ ਨਹੀਂ ਸਨ ਕਰ ਰਹੇ। ਤੇ ਤੁਸੀਂ ਪੂਰੀ ਉਮੀਦ ਹੋ ਕਿ ਹੁਣ ਤੁਸੀਂ ਇਹ ਜਿਹੜੀ ਹੈ ਸੁਜੈਸ਼ਨਸ ਦੇ ਰਹੇ ਹੋ, ਕੋਈ ਹੁਕੂਮਤ ਦੀ ਕੋਈ ਕੰਨ ਦੇ ਉੱਤੇ ਜ਼ਰੂਰ ਹੈਗੀ ਜਾਂ ਉਹ ਇਹਨੂੰ ਅਮਲ 'ਚ ਲਿਆਉਣ ਦਾ ਕੁਝ ਸੋਚਣਗੇ? ਮੈਂ ਤਾਂ ਗੱਲ ਦਾਅਵੇ ਨਾਲ ਕਹਿ ਸਕਦਾ, ਚੀਫ ਮਿਨਿਸਟਰ ਐਲਾਨ ਕਰਦੇ ਜਿਸ ਤਰ੍ਹਾਂ ਨੇ ਕਿਹਾ ਕਿ ਜ਼ਮੀਨਾਂ ਦੇ ਕਬਜ਼ੇ ਛੱਡ ਦਿਓ। ਖੁਦਾ ਦੀ ਕਸਮ ਲੋਕ ਕਬਜ਼ੇ ਜਿਹਨਾਂ ਨੇ ਕੀਤਾ ਪੈਸੇ ਦੇਣ ਲੱਗ ਪਏ ਨੇ ਜਿਹਨਾਂ ਦੀ ਜ਼ਮੀਨਾਂ ਦੇ ਕਬਜ਼ੇ ਸਨ। ਇਹ ਕੁਰਾਨ ਦੀ ਕਸਮ ਖਾ ਕੇ ਤੁਹਾਨੂੰ ਕਹਿਣਾ ਪਿਆ, ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲullah। ਕਬਜ਼ਾ ਗਰੁੱਪ ਮਰ ਥਾਂ ਗਏ ਨੇ ਜਿਨ੍ਹਾਂ ਦੀ ਜ਼ਮੀਨਾਂ ਦੇ ਕਬਜ਼ੇ ਕੀਤੇ ਨਾ, ਉਹਨਾਂ ਨੇ ਡੀਲਾਂ ਕਰਨ ਲੱਗ ਪਏ ਨੇ, ਯਾਰਾ ਪੈਸੇ ਲੈ ਲੈ ਬੜੀ ਦੇਰ ਤੋਂ ਮੈਂ ਬੈਠਾ ਸਾਡੇ ਨਾਲ ਮੁਕਾ ਲੈ, ਐਡਾ ਪ੍ਰੈਸ਼ਰ ਜੇ। ਤੇ ਚੀਫ ਮਿਨਿਸਟਰ ਐਲਾਨ ਕਰ ਦੇਵੇ ਨਾ ਕੋਈ ਕਾਨੂੰਨ ਨਾ ਬਣਾਵੇ, ਮਰੀਮ ਨਵਾਜ਼ ਆ ਕੇ ਟੀਵੀ ਤੇ ਕਹਿ ਦੇ ਲੋ ਜੀ ਅੱਜ ਤੋਂ ਬਾਅਦ ਸਭ ਰਜਿਸਟਰ ਜੇ, ਲੋ ਮੈਨੂੰ ਇੱਕ ਕੇਸ ਹੋਗਾ ਮੇਰੀ ਗਰਦਨ ਲਾ ਦੇਣਾ। ਉਹ ਮਰੀਮ ਨਵਾਜ਼ ਬਲਾ ਬਣ ਗਈ ਏ। ਮੇਰੀ ਗੱਲ ਹੈ ਜੇ ਜਰਾ ਆਹੋ ਇਹ ਮੈਡਮ ਦੇ ਇਕਦਾਮਾਤ ਦੇਖ ਰਹੇ ਆ, ਕਿਸੇ ਦੇ ਪਿਓ ਦਾ ਪਿਓ ਪੰਜਾਬ ਚ ਇੰਜ ਨਹੀਂ ਕਰ ਸਕਦਾ ਜਿਸ ਤਰ੍ਹਾਂ ਇੰਨੇ ਖਤੂਨ ਨੇ ਹੋ ਗਏ ਯਾਰ। ਤੁਸੀਂ ਦੇਖੋ ਕੀ ਕਰਦੀ ਪਈ ਉਹ ਐਲਾਨ ਕਰੇ ਨਾ, ਬਸ ਇੱਕ ਐਲਾਨ ਕਰ ਦੇ। ਚੱਡਾ ਸਾਹਿਬ ਉਹਨੂੰ ਪਾਇਆ ਹੋਇਆ, ਚੱਡਾ ਸਾਹਿਬ ਨਾਲ, ਚੱਡਾ ਸਾਹਿਬ ਧਿਆਨ ਕरें ये सारा कुछ जो 2 दिन के अंदर मैनेज कर दें। वो 72 घंटे जो उन्होंने मंची आदि मुखाती पाकिस्तान, वो बड़ा काम से क्या बड़ा काम है। सुहेल देवर चढ़ा साहब अपनी टीम में कल शाम का सारा वो ओके करो, लो ਤੁਹਾਨੂੰ ਅੱਜ ਰਾਤ ਦਾ ਸੀਸੀਡੀ ਸਾਰਾ ਕੁਝ ਕੰਪਲੀਟ ਕਰ ਦੇ। ਤੇ اخلاقی ਤੌਰ ਤੇ ਇੱਕ ਸਵਾਲ ਜ਼ਹਿਨ ਚਾਹੁੰਦਾ ਹੈ ਕਿ ਇਹ ਜਿਹੜੇ ਅਮੀਰ ਲੋਕ ਹੈਗੇ ਨੇ, ਵੱਡੇ ਘਰ ਵਾਲੇ ਨੇ, ਇੰਨੇ ਪੂਛ ਲਾ ਕੇ ਜਿਹੜੀਆਂ ਕੋਠੀਆਂ ਨੇ, ਇਹ ਜਿਹੜੇ ਘਰ ਦੇ ਮੁਲਾਜ਼ਮ ਬੱਚੇ ਹੋਣ ਜਾਂ ਲੜਕੀਆਂ ਹੋਣ, ਇੱਕ ਮਿਸਾਲ ਇਹ ਬਗੈਰਤੀ ਕਰਦੇ ਨੇ ਜਾਂ ਉਹਨਾਂ ਦੀ ਸੋਚ ਉੱਥੇ ਜਾਂਦੀ ਹੈ ਤੇ ਇਹ ਕੋਈ ਐਸੇ ਕਿਸੇ ਕੇਸ 'ਚ ਕੋਈ ਸਖਤ ਸਜ਼ਾਵਾਂ ਮਿਲਣ ਤੇ ਫਿਰ ਹੀ ਉਹ ਡਰਨਗੇ ਨਾ, ਨਹੀਂ ਤੇ ਉਹ ਹਮੇਸ਼ਾ ਪੈਸੇ ਦੀ ਚਮਕ ਦਿਖਾ ਕੇ। ਅੱਲਾਹ ਤਾਲਾ ਨੇ ਕੀ ਫਰਮਾਇਆ ਕਿ ਬੁਰੇ ਦੀ ਰੱਸੀ ਦਰਾਜ਼ ਕਰ ਦੇਣਾ। ਮੈਂ ਸੋਚਿਆ ਮੇਰੇ ਦਿਲ 'ਚ ਗੱਲ ਹੈ ਕਿ ਅੱਲਾਹ ਮੀਆਂ ਨੇ ਇਹ ਗੱਲ ਕਿਉਂ ਕਹੀ ਹੈ, ਇਹ ਗੱਲ ਕਹੀ ਹੈ ਨਾ ਕਿ ਬੁਰੇ ਦੀ ਰੱਸੀ ਸੁਣੀ ਹੈ ਸੀ ਕਿ ਅੱਲਾਹ ਮੀਆਂ ਬੁਰੇ ਦੀ ਰੱਸੀ ਦਰਾਜ਼ ਕਰਦਾ ਹੈ। ਮੇਰਾ ਜ਼ਿਹਨ ਨਾ ਭਲਾ ਕਿੱਧਰ ਜਾਂਦਾ ਹੈ ਕਿ ਉਹ ਬੁਰੇ ਨੂੰ ਮੌਕਾ ਦਿੰਦਾ ਹੈ ਕਿ ਆਪਣਾ ਕਿਬਲਾ ਦਰੁਸਤ ਕਰਦਾ ਹੈ, ਉਹਨਾਂ ਦੀ ਰੱਸੀ ਦਰਾਜ਼ ਕਰਦਾ ਹੈ ਕਿ ਤੂੰ ਹੋਰ ਬੁਰਾਈ ਕਰ ਲੈ, ਸ਼ਾਇਦ ਹੁਣ ਤੂੰ ਮੇਰਾ ਹੋਈਆਂ, ਹੁਣ ਤੂੰ ਮੇਰਾ ਪਲਟਾ। ਮੇਰਾ ਜ਼ਿਹਨ ਹੀ क्या है वो पता नहीं है। गल तो लोग इख्तलाफ ना किधर रखन, अगर गलत गल होगी तो मैं लोगों को हाथ जोड़ के माफ़ी मांग, लेकिन सोच आती अब्दुलरहमान साहब मरीम नवाज दे नाल ना मैं यकीन करो मैं मुस्लिम लीग नून लाइक नहीं करता, मैं नवाज शरीफ साहब पसंद करना। अच्छा ਹਾਂ ਜੀ ਸਾਡੇ ਲੀਡਰ ਉਹ ਅਸੀਂ ਜਵਾਨੀ ਦੇਖੇ ਤਾਂ ਨਵਾਜ਼ ਸ਼ਰੀਫ ਸਾਹਿਬ ਹੀ ਸਨ, ਪਿਆਰਾ ਆਦਮੀ। ਹਾਂ ਜਦੋਂ ਤੇ ਉਦੋਂ ਨਵਾਜ਼ ਸ਼ਰੀਫ ਸਾਹਿਬ ਵੀ ਸਹੀ ਸਿਮਤ ਤੇ ਮੁਲਕ ਵੀ ਸਹੀ ਸਾਰਾ ਬੁੜ ਕੇ ਪਤਾ ਨਹੀਂ ਹੋਰ ਵੀ ਕੋਈ ਸ਼ਕਲ ਬਗੜ ਵਾੜੇ ਨੇ, ਕੋਈ ਖੱਬਿਓਂ ਕੋਈ ਸੱਜਿਓਂ ਕੋਈ ਰਾਜਾ ਮਹਾਰਾਜ ਜਿਨ੍ਹਾਂ ਨੇ ਉਹਨਾਂ ਨੂੰ ਥੋੜਾ। ਅੱਛਾ ਮੈਂ ਨਾ ਇਹਨੂੰ ਚੀਜ਼ ਨੂੰ ਪਰੇ ਕਰੋ, ਇਮਰਾਨ ਖਾਨ ਨਾਲ ਮੈਂ ਪਿਆਰ ਕਰਨਾ, ਮੈਨੂੰ ਬਹੁਤ ਅੱਜ ਵੀ ਬਹੁਤ ਅੱਛਾ ਲੱਗਦਾ ਹੈ, ਲੇਕਿਨ ਬਾਰਡਰ ਸਾਹਿਬ ਮਰੀਮ ਨਵਾਜ਼ ਸਾਹਿਬ ਨਾਲ ਮੈਂ ਬੜਾ ਇਖਤਲਾਫ ਰੱਖਣਾ। ਸਟਾਰਟ ਮੈਂ ਕਹਿੰਦਾ ਯਾਰ ਬੀਬੀ ਹੈ ਕੀ ਕਰੇਗੀ, ਮੈਂ ਕਹਿੰਦਾ ਹਾਂ ਔਰਤਾਂ ਕੀ ਕਰ ਸਕਦੀਆਂ, ਇੱਥੇ ਬੰਦੇ ਨਹੀਂ ਕੁਝ ਕਰ ਇਹਨੇ ਸਕੇ। ਫੈਸ਼ਨ ਕਰਦੀ ਏ ਇਹਨੂੰ ਦੇਖੋ ਮੈਂ ਜਿਸ ਤਰ੍ਹਾਂ ਦੇ ਮੈਡਮ ਕੱਪੜੇ ਪਾਉਂਦੀ ਨਾ ਇਹਦੇ ਤੇ ਤਾਰੀਫ ਦੇ ਕਾਬਲ ਹੈ। 4-5 ਘੰਟੇ ਜ਼ਰੂਰ ਤਿਆਰੀ ਲੱਗਦੀ। ਨਹੀਂ ਨਹੀਂ ਚਲੋ ਅਸੀਂ ਤੇ ਸਿਰਫ ਅਪੀਲ ਕਰ ਸਕਦੇ ਹਾਂ, ਤੁਹਾਡਾ ਕਹਿੰਦੇ ਉਹ ਯਾਰ ਮੈਂ ਇੱਥੇ ਕਰ ਲੈਂਦੇ ਹੋ ਸਾਡੀ ਭੈਣ, ਉਹ ਯਾਰ ਬਾਰਡਰ ਤੇ ਛੱਡ ਦਿਓ ਥੋੜਾ ਜਿਹਾ ਆਡੀਅנס ਨੂੰ ਗੱਲ ਸੁਣਾਈਏ ਕਿ ਬਾਜੀ ਸਾਡੀ ਜਿਹੜੀ ਨਾ ਭੈਣ ਸਾਡੀ ਮੇਕਅਪ ਦੇ ਟਾਈਮ ਲਾਉਂਦੀ। ਚਲੋ ਕੋਈ ਗੱਲ ਨਹੀਂ, ਖਵਾਤੀਨ ਨੂੰ ਇਜਾਜ਼ਤ ਭਾਈ। ਅਗਰ ਮੈਡਮ ਦੇ ਬਾਰੇ ਕੋਈ ਬੰਦਾ ਇਸ ਟਾਈਮ ਸ਼ਾਹਿਦ ਚੌਧਰੀ ਨਾਲ ਗੱਲ ਕਵੇ ਨਾ, ਮੈਂ ਬੜਾ ਵਿਗੜਿਆ ਤਿਗੜਿਆ ਆਦਮੀ ਹੈ, ਮੈਂ ਉਹ ਬੰਦਾ ਮੇਰੇ ਦਿਮਾਗ 'ਚ ਗੱਲ ਬੈਠਣ ਦੀ ਦੇਰ ਹੈ, ਮੇਰੇ ਦਿਲ 'ਚ ਗੱਲ, ਮੇਰਾ ਦਿਲ ਤਸਲੀਮ ਕਰਨ ਦੀ ਗੱਲ ਮੈਂ ਗੱਲ ਕਰ ਦੇਣੀ। ਲੋਕੀ ਥੱਲੇ ਮੈਨੂੰ ਗਾਲਾਂ ਕੱਢਣ ਮੈਂ ਖਾਵਾਂਗਾ। ਪਾਕਿਸਤਾਨ ਦੀ ਹਿਸਟਰੀ 'ਚ ਚੀਫ ਮਿਨਿਸਟਰ ਨਹੀਂ ਇਹੋ ਜਿਹਾ। ਹਾਂ ਨਹੀਂ ਬਹੁਤ ਦਬਾਅ ਬਸ ਖਤਮ ਹੋ ਗਿਆ। ਔਰ ਅਸੀਂ ਦੇਖੇ ਨੇ ਔਰ ਇਹਨੇ ਸ਼ਾਰਟ ਪੀਰੀਅਡ ਦੇ ਸਾਡਾ ਸਿਆਸਤ ਨਾਲ ਕੋਈ ਵਾਸਤਾ ਨਹੀਂ, ਵੋਟ ਜਿਹਨੂੰ ਮਰਜ਼ੀ ਪਾਓ। ਸਾਨੂੰ ਤੇ ਆਪਣੇ ਸ਼ਹਿਰ ਨਾਲ ਨਹੀਂ, ਆਪਣੇ ਇਲਾਕੇ ਨਾਲ ਕੋਈ ਸਕੂਨ ਹੋਵੇ। ਇਹ ਜਿਹੜਾ ਤੁਸੀਂ ਪ੍ਰੋਗਰਾਮ ਕੀਤਾ ਨਾ, ਇਹਦਾ ਇੱਕ ਹੱਲ, ਇੱਕ ਟਿਕਟੌਕ ਬਸ। ਮੈਡਮ ਆ ਕੇ ਬਿਆਨ ਦੇ ਦੇ, ਚੱਡਾ ਸਾਹਿਬ ਨਾਲ ਬੈਠੇ ਹੋਣ, ਫੋਟੋ ਚੱਡਾ ਸਾਹਿਬ ਵੀ ਨਾਲ ਚੱਲ ਰਹੀ ਹੋਏ, ਚੱਡਾ ਸਾਹਿਬ ਸੀਰੀਅਲ ਲਾਈ ਜਾਣ, ਮੈਡਮ ਓਕੇ ਜੀ 72 ਘੰਟੇ ਰਿਪੋਰਟ ਦਿਓ, ਕੋਈ 16 ਘੰਟੇ ਮਿਲ ਜਾਏਗੀ। ਲੈ ਹਾਂ ਬਾਰਡਰ ਕਿਸੇ ਨੂੰ ਕਹੀਂ ਛੇੜਾ, ਇਹਨਾਂ ਨੇ ਬੱਚੀਆਂ ਮੂੰਹ ਪਾਲ ਲਈਆਂ ਨੇ ਸਾਰੇ। ਇਹ ਅਜੇ ਤਰੀਕਾ ਕਰ ਤੇ ਇਹੀ ਸਾਡੇ ਪ੍ਰੋਗਰਾਮ ਦਾ ਨਿਚੋੜ ਜੇ।